ਸਵਾਗਤ ਹੈ ਦੋਸਤੋ ਤੁਹਾਡਾ ਸਭ ਦਾ ਆਪਣੇ ਚੈਨਲ ਜੀਐਸ ਅਪਡੇਟਸ ਤੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਸੋ ਲੈ ਕੇ ਆ ਚੁੱਕੇ ਹਾਂ ਤੁਹਾਡੇ ਸਭ ਦੇ ਲਈ ਜਮਾਤ 10ਵੀਂ ਦਾ ਸੋਸ਼ਲ ਸਟੱਡੀਜ਼ ਦਾ ਟਰਮ 2 ਦੇ ਲਈ ਫੁੱਲੀ ਸੋਲਵਡ ਸੈਂਪਲ ਪੇਪਰ, ਜੋ ਕਿ ਤੁਹਾਨੂੰ ਪ੍ਰੀ ਬੋਰਡ ਪ੍ਰੀਖਿਆਵਾਂ ਦੇ ਨਾਲ ਬੋਰਡ ਪ੍ਰੀਖਿਆਵਾਂ ਦੇ ਵਿੱਚ ਵੀ ਬਹੁਤ ਹੀ ਮਦਦਗਾਰ ਹੋਵੇਗਾ। ਸੋ ਪੂਰੀ ਜਾਣਕਾਰੀ ਵਿਦ ਸੋਲਿਊਸ਼ਨ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ। ਸੋ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤੇ ਘੰਟੀ ਬਟਨ ਨੂੰ ਜ਼ਰੂਰ ਦਬਾ ਲਵੋ। ਇਸੇ ਤਰ੍ਹਾਂ ਹੋਰ ਵੀਡੀਓ ਸਭ ਤੋਂ ਪਹਿਲਾਂ ਅਤੇ ਸਮੇਂ-ਸਮੇਂ ਸਿਰ ਦੇਖਣ ਦੇ ਲਈ। ਸੋ ਜ਼ਿਆਦਾ ਸਮਾਂ ਵੇਸਟ ਨਾ ਕਰਦੇ ਹੋਏ ਚਲੋ ਆਪਾਂ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਜਮਾਤ 10ਵੀਂ ਸੋਸ਼ਲ ਸਟੱਡੀਜ਼ ਟਰਮ 2। ਸੋ ਕੁੱਲ ਸਮਾਂ ਤੁਹਾਨੂੰ 2.5 ਘੰਟੇ ਦਿੱਤਾ ਜਾਵੇਗਾ। 40 ਅੰਕ ਦਾ ਤੁਹਾਨੂੰ ਪੇਪਰ ਆਵੇਗਾ। ਸੋ ਫੁੱਲੀ ਸੋਲਵਡ ਸੈਂਪਲ ਪੇਪਰ ਤੁਹਾਡੇ ਸਭ ਦੇ ਲਈ ਲੈ ਕੇ ਆ ਚੁੱਕੇ ਹਾਂ। ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤੇ ਘੰਟੀ ਬਟਨ ਨੂੰ ਜ਼ਰੂਰ ਦਬਾ ਲਵੋ। ਇਸੇ ਤਰ੍ਹਾਂ ਹੋਰ ਸਾਰੇ ਸਬਜੈਕਟਸ ਦੇ ਫੁੱਲੀ ਸੋਲਵਡ ਸੈਂਪਲ ਪੇਪਰ ਦੇਖਣ ਦੇ ਲਈ। ਤੇ ਦੱਸ ਦਵਾਂ ਤੁਹਾਨੂੰ ਸਾਰੇ ਪ੍ਰਸ਼ਨ ਬੇहद ਜ਼ਰੂਰੀ ਹਨ। ਕੋਈ ਨਾ ਕੋਈ ਪ੍ਰਸ਼ਨ ਤੁਹਾਨੂੰ ਐਗਜ਼ਾਮ ਦੇ ਵਿੱਚ ਜ਼ਰੂਰ ਪੁੱਛਿਆ ਜਾਵੇਗਾ। ਸੋ ਭਾਗ ਊੜੇ ਤੋਂ ਸਟਾਰਟ ਕਰਦੇ ਹਾਂ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਦਿਓ। ਹਰੇਕ ਪ੍ਰਸ਼ਨ 1 ਅੰਕ ਦਾ ਹੈ। ਭਾਰਤ ਦਾ ਜਨਸੰਖਿਆ ਦੀ ਨਜ਼ਰ ਤੋਂ ਸੰਸਾਰ ਵਿੱਚ ਕੀ ਸਥਾਨ ਹੈ? ਸੋ ਇਸ ਦਾ ਉੱਤਰ ਹੈ ਜਨਸੰਖਿਆ ਦੀ ਨਜ਼ਰ ਤੋਂ ਭਾਰਤ ਦਾ ਸੰਸਾਰ ਵਿੱਚ ਦੂਜਾ ਸਥਾਨ ਹੈ। ਇਸ ਹਿਸਾਬ ਨਾਲ ਪਹਿਲਾ ਸਥਾਨ ਚੀਨ ਨੂੰ ਪ੍ਰਾਪਤ ਹੈ। ਸੋ ਇਸੇ ਪ੍ਰਸ਼ਨ ਪਹਿਲਾ। ਨੈਕਸਟ ਪ੍ਰਸ਼ਨ ਦੂਸਰਾ, ਲਿੰਗ ਅਨੁਪਾਤ ਤੋਂ ਤੁਹਾਡਾ ਕੀ ਭਾਵ ਹੈ? ਸੋ ਉੱਤਰ ਲਿੰਗ ਅਨੁਪਾਤ ਦਾ ਭਾਰਤ ਵਿੱਚ ਮਤਲਬ 1000 ਆਦਮੀਆਂ ਪਿੱਛੇ ਔਰਤਾਂ ਦੀ ਕਿੰਨੀ ਸੰਖਿਆ ਹੈ ਤੋਂ ਲਿਆ ਜਾਂਦਾ ਹੈ। ਸੋ ਇਹ ਸੀ ਪ੍ਰਸ਼ਨ ਦੂਸਰਾ। ਪ੍ਰਸ਼ਨ ਤੀਸਰਾ, ਲਘੂ ਉਦਯੋਗ ਦੀ ਇੱਕ ਸਮੱਸਿਆ ਲਿਖੋ। ਸੋ ਇਸ ਦਾ ਉੱਤਰ ਹੈ ਲਘੂ ਉਦਯੋਗਾਂ ਨੂੰ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਹਨ ਕੱਚੇ ਮਾਲ ਅਤੇ ਸ਼ਕਤੀ ਦੀ ਸਮੱਸਿਆ, ਵਿੱਤ ਦੀ ਸਮੱਸਿਆ, ਉਤਪਾਦਨ ਦੇ ਪੁਰਾਣੇ ਤਰੀਕੇ, ਵਿਕਰੀ ਸੰਬੰਧੀ कठिनाइयाँ ਅਤੇ ਵੱਡੇ उद्योगों नाल प्रतियोगिता। पढ़ाई में आते हैं डाउट्स तो घबराओ मत, इस सब का सलूशन है डाउनलोड ऐप। आपको जिस भी क्वेश्चन में डाउट हो उस क्वेश्चन का फोटो खींचो, क्वेश्चन को क्रॉप करो एंड तुरंत आपको उसका वीडियो सलूशन मिल जाएगा, वो भी बिल्कुल फ्री में। यानी पूछो अनलिमिटेड सवाल कहीं भी कभी भी, वो भी बिल्कुल फ्री में। फिर चाहे आपका वो सवाल क्लास 6ठी से लेकर 12वीं का हो, IIT JEE या फिर नीट का हो, या फिर CBSE UP बिहार राजस्थान या फिर अन्य किसी भी स्टेट बोर्ड का हो, कोई भी सब्जेक्ट हो, फिजिक्स केमिस्ट्री मैथ्स बायोलॉजी साइंस, आपके सभी सवालों के जवाब मिलेंगे आपको डाउनलोड ऐप पे। एंड साथ में डाउनलोड पे चल रही हैं क्लास 9 से लेकर 12 के लिए IIT JEE या नीट के लिए ऑनलाइन क्लास, जिसका हिस्सा बनकर काफ़ी बच्चे लेके आए हैं स्टेट में रैंक 1। तो फिर देर किस बात की, जल्दी से जाइए और डाउनलोड कीजिए डाउनलोड ऐप। सो नैक्सट प्रश्न चौथा, सदा कौर कौन सी? सदा कौर जय सिंह कन्हैया ਦੇ ਪੁੱਤਰ ਗੁਰਬਖਸ਼ ਸਿੰਘ ਦੀ ਪਤਨੀ ਸੀ। ਆਪਣੇ ਸਹੁਰੇ ਦੇ ਪਤੀ ਦੀ ਮੌਤ ਤੋਂ ਬਾਅਦ ਉਸਨੇ ਆਪਣੀ ਮਿਸਲ ਦਾ ਸੰਚਾਲਨ ਕੀਤਾ ਸੀ। ਪ੍ਰਸ਼ਨ ਪੰਜਵਾਂ, ਹਾਈ ਕੋਰਟ ਦੇ ਜੱਜਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ? ਸੋ ਪ੍ਰਸ਼ਨ ਪੰਜਵੇਂ ਦਾ ਸਹੀ ਉੱਤਰ ਹੈ ਹਾਈ ਕੋਰਟ ਦੇ ਜੱਜ ਆਪਣੇ ਅਹੁਦੇ 'ਤੇ 62 ਸਾਲ ਦੀ ਉਮਰ ਤੱਕ ਕਾਰਜ ਕਰ ਸਕਦੇ ਹਨ। ਸੋ ਕੁੱਲ 5 ਅੰਕ ਦਾ ਤੁਹਾਡਾ ਪ੍ਰਸ਼ਨ ਪੰਜਵਾਂ ਹੋਵੇਗਾ। ਨੈਕਸਟ ਭਾਗ ਆੜਾ, ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 25 ਤੋਂ 30 ਸ਼ਬਦਾਂ ਵਿੱਚ ਦਿਓ। ਹਰੇਕ ਪ੍ਰਸ਼ਨ 2 ਅੰਕ ਦਾ ਹੈ। ਸੋ ਪ੍ਰਸ਼ਨ ਪਹਿਲਾ, ਜੰਗਲਾਂ ਦੇ ਮੁੱਖ ਲਾਭ ਕੀ ਹਨ? ਸੋ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਜੰਗਲਾਂ ਦੇ ਮੁੱਖ ਲਾਭ ਹੇਠ ਲਿਖੇ ਹਨ। ਜੰਗਲਾਂ ਤੋਂ ਸਾਨੂੰ ਕੀਮਤੀ ਲੱਕੜੀ ਪ੍ਰਾਪਤ ਹੁੰਦੀ ਹੈ। ਇਹਨਾਂ ਤੋਂ ਕਾਗਜ਼ ਬਣਾਉਣ ਲਈ ਕੱਚੀ ਸਮੱਗਰੀ ਪ੍ਰਾਪਤ ਹੁੰਦੀ ਹੈ। ਜੰਗਲ ਵਰਖਾ ਲਿਆਉਣ ਵਿੱਚ ਸਹਾਇਕ ਹੁੰਦੇ ਹਨ। ਜੰਗਲਾਂ ਤੋਂ ਸਾਨੂੰ ਉਪਯੋਗੀ ਜੜੀ ਬੂਟੀਆਂ ਮਿਲਦੀਆਂ ਹਨ। ਜੰਗਲ ਵਾਤਾਵਰਨ ਨੂੰ ਸਾਫ਼ ਰੱਖਦੇ ਹਨ। ਸੋ ਇਹ ਸੀ ਪ੍ਰਸ਼ਨ ਪਹਿਲੇ ਦਾ ਉੱਤਰ। ਨੈਕਸਟ, ਪੰਜਾਬ ਵਿੱਚ ਖਣਿਜ ਪਦਾਰਥ ਦੇ ਨਾ ਮਿਲਣ ਦੇ ਕੀ ਕਾਰਨ ਹਨ? ਪੰਜਾਬ ਦੀ ਧਰਤੀ ਨਦੀਆਂ ਦੁਆਰਾ ਨਿਕਲੀ ਗਈ ਮਿੱਟੀ ਦੇ ਨਿਖੇਪਣ ਨਾਲ ਬਣੀ ਹੋਈ ਹੈ। ਇਹ ਮਿੱਟੀ ਜਾਂ ਧਰਤੀ ਫਸਲਾਂ ਦੇ ਉਤਪਾਦਨ ਲਈ ਤਾਂ ਬਹੁਤ ਉਪਯੋਗੀ ਹੈ, ਪਰੰਤੂ ਇਸ ਵਿੱਚ ਖਣਿਜ ਪਦਾਰਥ ਨਹੀਂ ਹੁੰਦੇ। ਖਣਿਜ ਪਦਾਰਥ ਆਮ ਤੌਰ 'ਤੇ ਅਗਨੀ ਅਤੇ ਪਰਿਵਰਤਿਤ ਚਟਾਨਾਂ ਵਿੱਚ ਮਿਲਦੇ ਹਨ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਖਣਿਜ ਪਦਾਰਥ ਨਹੀਂ ਮਿਲਦੇ। ਨੈਕਸਟ ਪ੍ਰਸ਼ਨ ਤੀਸਰੇ ਵੱਲ ਵਧਦੇ ਹਾਂ। ਭਾਰਤ ਵਿੱਚ ਲਘੂ ਅਤੇ ਕੁਟੀਰ ਉਦਯੋਗਾਂ ਦਾ ਕੀ ਮਹੱਤਵ ਹੈ? ਸੋ ਪ੍ਰਸ਼ਨ, ਭਾਰਤ ਵਿੱਚ ਲਘੂ ਅਤੇ ਕੁਟੀਰ ਉਦਯੋਗਾਂ ਦਾ ਮਹੱਤਵ ਹੇਠ ਲਿਖਿਆ ਹੈ। ਧਨ ਦੀ ਸਮਾਨ ਵੰਡ। ਸੋ
ਇਨ੍ਹਾਂ ਉਦਯੋਗਾਂ ਕਾਰਨ ਧਨ ਦੀ ਵੰਡ ਵਧੇਰੇ ਹੁੰਦੀ ਹੈ। ਇਨ੍ਹਾਂ ਉਦਯੋਗਾਂ ਤੋਂ ਜੋ ਆਮਦਨ ਹੁੰਦੀ ਹੈ ਉਸ ਦਾ ਲਾਭ ਲੋਕਾਂ ਨੂੰ ਵਧੇਰਾ ਮਿਲਦਾ ਹੈ। ਦੂਸਰਾ ਪੁਆਇੰਟ, ਉਤਪਾਦਨ ਵਿੱਚ ਵਾਧਾ। ਉਦਯੋਗੀਕਰਨ ਖੇਤਰ ਵਿੱਚ ਹੋਣ ਵਾਲੇ ਉਤਪਾਦਨ ਦਾ 60% ਭਾਗ ਵੱਡੇ ਉਦਯੋਗਾਂ ਅਤੇ 40% ਛੋਟੇ ਅਤੇ ਕੁਟੀਰ ਉਦਯੋਗਾਂ ਤੋਂ ਪ੍ਰਾਪਤ ਹੁੰਦਾ ਹੈ। ਨੈਕਸਟ, ਤੀਸਰਾ ਪੁਆਇੰਟ, ਕਲਾਤਮਕ ਵਸਤੂਆਂ। ਕਲਾਤਮਕ ਵਸਤੂਆਂ ਦਾ ਉਤਪਾਦਨ ਇਨ੍ਹਾਂ ਉਦਯੋਗਾਂ ਦੁਆਰਾ ਹੀ ਸੰਭਵ ਹੈ। ਇਨ੍ਹਾਂ ਉਦਯੋਗਾਂ ਵਿੱਚ ਗਹਿਣੇ, ਹਾਥੀ ਦੰਦ ਨਾਲ ਜੁੜੇ ਕੰਮ ਆਉਂਦੇ ਹਨ। ਪੁਆਇੰਟ ਚੌਥਾ, ਵਿਅਕਤੀਗਤ ਰੁਚੀ। ਇਹ ਉਦਯੋਗ ਹਰੇਕ ਗ੍ਰਾਹਕ ਦੀ ਰੁਚੀ ਦੇ ਅਨੁਸਾਰ ਉਤਪਾਦਨ ਕਰ ਸਕਦੇ ਹਨ। ਇਸ ਲਈ ਵਿਅਕਤੀਗਤ ਰੁਚੀ ਨੂੰ ਪੂਰੀ ਕਰਨ ਵਿੱਚ ਇਨ੍ਹਾਂ ਉਦਯੋਗਾਂ ਦਾ ਬਹੁਤ ਮਹੱਤਵ ਹੈ। ਨੈਕਸਟ ਪ੍ਰਸ਼ਨ ਚੌਥੇ ਵੱਲ ਵਧਦੇ ਹਾਂ। ਮਹਾਰਾਜਾ ਦਲੀਪ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ? ਸੋ ਪ੍ਰਸ਼ਨ ਚੌਥੇ ਦਾ ਸਹੀ ਉੱਤਰ ਹੈ ਮਹਾਰਾਜਾ ਦਲੀਪ ਸਿੰਘ ਲਾਹੌਰ ਰਾਜ ਦਾ ਆਖਰੀ ਸਿੱਖ ਸ਼ਾਸਕ ਸੀ। ਪਹਿਲਾਂ ਐਂਗਲੋ ਸਿੱਖ ਯੁੱਧ ਸਮੇਂ ਉਹ ਨਾਬਾਲਗ ਸੀ, ਇਸ ਲਈ ਕੌਂਸਲ ਆਫ ਰੀਜੈਂਸੀ ਦੀ ਸਥਾਪਨਾ 1946 ਈਸਵੀ ਦੀ ਪੈਰੋਵਾਲ ਦੀ ਸੰਧੀ ਅਨੁਸਾਰ ਲਾਹੌਰ ਰਾਜ ਦੇ ਪ੍ਰਬੰਧ ਲਈ ਕੀਤੀ ਗਈ। ਉਸਨੇ ਮਹਾਰਾਜਾ ਦੇ ਬਾਲਗ ਹੋਣ ਤੱਕ ਕੰਮ ਕਰਨਾ ਸੀ, ਪਰ ਦੂਜੇ ਐਂਗਲੋ ਸਿੱਖ ਯੁੱਧ ਵਿੱਚ ਸਿੱਖ ਹਾਰ ਗਏ। ਨਤੀਜੇ ਵਜੋਂ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ ਅਤੇ ਉਸਦੀ 4-5 ਲੱਖ ਰੁਪਏ ਦੀ ਪੈਨਸ਼ਨ ਨਿਸ਼ਚਿਤ ਕਰ ਦਿੱਤੀ ਗਈ। ਪੰਜਾਬ ਅੰਗਰੇਜ਼ੀ ਸਾਮਰਾਜ ਦਾ ਇੱਕ ਅੰਗ ਬਣ ਗਿਆ। ਨੈਕਸਟ ਪ੍ਰਸ਼ਨ ਪੰਜਵਾਂ, ਭਾਰਤ ਅਤੇ ਚੀਨ ਦੇ ਸੰਬੰਧ ਤਣਾਅ ਦੇ ਮੂਲ ਕਾਰਨ ਕਿਹੜੇ ਹਨ? ਚੀਨ ਨਾਲ ਸੰਬੰਧਾਂ ਵਿੱਚ ਵਿਗਾੜ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਚੀਨ ਭਾਰਤ ਦੇ ਬਹੁਤ ਵੱਡੇ ਇਲਾਕੇ ਉੱਤੇ ਆਪਣਾ ਅਧਿਕਾਰ ਜਤਾ ਰਿਹਾ ਸੀ। ਇੱਕ ਦੂਜੇ ਕਾਰਨ ਇਹ ਵੀ ਸੀ ਕਿ ਭਾਰਤ ਦੇ ਤਿੱਬਤ ਦੇ ਅਧਿਆਤਮਕ ਗੁਰੂ ਦਲਾਈ ਲਾਮਾ ਨੂੰ ਭਾਰਤ ਵਿੱਚ ਸ਼ਰਨ ਦਿੱਤੀ ਸੀ। ਪਹਿਲਾਂ ਤਾਂ ਦੋਵੇਂ ਦੇਸ਼ ਵਿੱਚ ਸਰਹੱਦਾਂ ਉੱਤੇ ਗੋਲਾਬਾਰੀ ਹੁੰਦੀ ਰਹੀ, ਪਰੰਤੂ ਦਸੰਬਰ 1962 ਵਿੱਚ ਚੀਨ ਨੇ ਭਾਰਤ ਉੱਤੇ ਅਚਾਨਕ ਜ਼ੋਰਦਾਰ ਹਮਲਾ ਕਰ ਦਿੱਤਾ। ਭਾਰਤ ਉਸ ਸਮੇਂ ਕਿਸੇ ਵੀ ਯੁੱਧ ਲਈ ਤਿਆਰ ਨਹੀਂ ਸੀ, ਇਸ ਲਈ ਸਾਡਾ ਦੇਸ਼ ਨੂੰ ਇਸ ਯੁੱਧ ਵਿੱਚ ਕਾਫੀ ਨੁਕਸਾਨ ਉਠਾਉਣਾ ਪਿਆ। ਸੋ ਨੈਕਸਟ ਭਾਗ ਈਡੀ ਤੁਹਾਡੀ ਸਟਾਰਟ ਹੋ ਜਾਂਦੀ ਹੈ। ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕੋਈ 4 ਪ੍ਰਸ਼ਨਾਂ ਦੇ ਉੱਤਰ 80 ਤੋਂ 100 ਸ਼ਬਦਾਂ ਦੇ ਵਿੱਚ ਦਿਓ। ਹਰੇਕ ਪ੍ਰਸ਼ਨ ਦੇ 4 ਅੰਕ ਹਨ। ਕੁਦਰਤੀ ਬਨਸਪਤੀ ਦਾ ਦੇਸ਼ ਨੂੰ ਕੀ ਲਾਭ ਹੈ? ਸੋ ਪਹਿਲੇ ਪ੍ਰਸ਼ਨ ਦਾ ਉੱਤਰ ਹੈ ਕੁਦਰਤੀ ਬਨਸਪਤੀ ਦੇ ਅਨੇਕਾਂ ਲਾਭ ਹਨ। ਇਸ ਤੋਂ ਅਸੀਂ ਸਿੱਧੇ ਅਤੇ ਅਸਿੱਧੇ ਲਾਭ ਪ੍ਰਾਪਤ ਕਰਦੇ ਹਾਂ। ਇਹਨਾਂ ਦਾ ਵਰਣਨ ਹੇਠਾਂ ਅਨੁਸਾਰ ਹੈ। ਸੋ ਪਹਿਲਾਂ ਸਿੱਧੇ ਲਾਭ। ਕੁਦਰਤੀ ਬਨਸਪਤੀ ਤੋਂ ਮਿਲਣ ਵਾਲੇ ਸਿੱਧੇ ਲਾਭ ਇਸ ਤਰ੍ਹਾਂ ਹਨ। ਪਹਿਲਾ, ਵਣਾਂ ਤੋਂ ਅਸੀਂ ਲੱਕੜ ਪ੍ਰਾਪਤ ਕਰਦੇ ਹਾਂ, ਜਿਨ੍ਹਾਂ ਦੀ ਵਰਤੋਂ ਫਰਨੀਚਰ, ਬਾਲਣ ਕਾਗਜ਼, ਲੁਗਦੀ ਦੇ ਵਾਸਤੇ ਕੀਤੀ ਜਾਂਦੀ ਹੈ। ਪੁਆਇੰਟ ਦੂਜਾ, ਵਣਾਂ ਦੇ ਕੁਝ ਭਾਗਾਂ ਨੂੰ ਠੇਕੇ ਦੇ ਕੇ ਸਰਕਾਰ ਲਗਭਗ 1 ਅਰਬ 8 ਕਰੋੜ ਰੁਪਏ ਸਾਲਾਨਾ ਰਾਸ਼ਟਰੀ ਆਮਦਨ ਪ੍ਰਾਪਤ ਕਰਦੀ ਹੈ। ਸਵਾਈ ਬਾਬਰ ਅਤੇ ਐਲੀਫੈਂਟਾਂ ਘਾਹ ਤੋਂ ਕਾਗਜ਼ ਦੀ ਲੁਗਦੀ, ਲੈਮਨ ਘਾਹ ਤੋਂ ਅਰਕ, ਰੋਸ਼ਾ ਘਾਹ ਤੋਂ ਬਨਾਵਟੀ ਸੁਗੰਧੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਚੌਥਾ ਪੁਆਇੰਟ, ਮੈਂਗਰੋਵ, ਕੱਚ, ਗੈਂਬੀਅਰ, ਹਰੜ, ਬਹੇੜਾ, ਆਂਵਲਾ ਅਤੇ ਕਿੱਕਰ ਆਦਿ ਦੇ ਪੱਤੇ, ਛਿਲਕੇ ਅਤੇ ਫਲ ਨੂੰ ਸੁਕਾ ਕੇ ਚਮੜਾ ਰੰਗਣ ਲਈ ਪਦਾਰਥ ਤਿਆਰ ਕੀਤੇ ਜਾਂਦੇ ਹੈ। ਪੰਜਵਾਂ ਪੁਆਇੰਟ, ਦੇਸ਼ ਦੇ ਵਣ ਖੇਤਰਾਂ ਵਿੱਚ 25 ਮਿਲੀਅਨ ਦੇ ਲਗਭਗ ਕਬੀਲਿਆਂ ਦੇ ਲੋਕ ਵਸਦੇ ਹਨ। ਨੈਕਸਟ ਦੂਸਰਾ, ਅਸਿੱਧੇ ਲਾਭ। ਕੁਦਰਤੀ ਬਨਸਪਤੀ ਤੋਂ ਮਿਲਣ ਵਾਲੇ ਅਸਿੱਧੇ ਲਾਭ ਇਸ ਤਰ੍ਹਾਂ ਹਨ। ਸੰਘਣੀ ਬਨਸਪਤੀ ਵਾਲੇ ਖੇਤਰਾਂ ਵਿੱਚ ਪੱਤਿਆਂ ਦੁਆਰਾ ਵਾਸਪੀਕਰਨ ਹੋਣ ਕਰਕੇ ਨਮੀ ਦੀ ਮਾਤਰਾ ਵੱਧ ਜਾਂਦੀ ਹੈ। ਸੰਘਣੇ ਵਣ ਗਰਮੀਆਂ ਵਿੱਚ ਤਾਪਮਾਨ ਨੂੰ ਜ਼ਿਆਦਾ ਵਧਣ ਤੋਂ ਰੋਕਦੇ ਹਨ। ਇਹ ਤਾਪਮਾਨ ਸਰਦੀਆਂ ਵਿੱਚ ਵਾਧਾ ਦਿੰਦੇ ਹਨ। ਸੰਘਣੀ ਬਨਸਪਤੀ ਦੀਆਂ ਜੜ੍ਹਾਂ ਵਗਦੇ ਪਾਣੀ ਦੀ ਰਫ਼ਤਾਰ ਨੂੰ ਘੱਟ ਕਰਨ ਵਿੱਚ ਮਦਦ ਕਰਦੀਆਂ ਹਨ। ਇਸ ਕਾਰਨ ਭੂਮੀ ਘਟਾਅ ਨੂੰ ਰੋਕਦੀਆਂ ਹਨ। ਪੁਆਇੰਟ ਚੌਥਾ, ਬਨਸਪਤੀ ਦੀਆਂ ਸੁੱਕ ਕੇ ਗਿਰਨ ਵਾਲੀਆਂ
ਪੱਤੀਆਂ ਜੀਵਾਂਸ਼ ਦੇ ਤੌਰ 'ਤੇ ਹਰੀ ਖਾਦ ਦੇ ਰੂਪ ਵਿੱਚ ਮਿਲਦੀਆਂ ਹਨ, ਜਿਸ ਦੇ ਸਿੱਟੇ ਵਜੋਂ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੇ ਹਨ। ਪੁਆਇੰਟ ਪੰਜਵਾਂ, ਸੰਘਣੇ ਵਣਾਂ ਤੋਂ ਕਾਗਜ਼, ਲਾਖ, ਮਾਚਿਸ, ਖੇਡਾਂ ਦਾ ਸਮਾਨ ਆਦਿ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਹਨ। ਪੁਆਇੰਟ ਛੇਵਾਂ, ਬਹੁ-ਭਾਂਤ ਦੀ ਹਰੀ ਭਰੀ ਬਨਸਪਤੀ ਬਹੁਤ ਹੀ ਮਨਮੋਹਕ ਦ੍ਰਿਸ਼ ਪੇਸ਼ ਕਰਦੀ ਹੈ, ਜਿਸ ਤੋਂ ਉਤਸ਼ਾਹਿਤ ਹੋ ਕੇ ਸੰਘਣੇ ਵਣ ਖੇਤਰਾਂ ਵਿੱਚ ਯਾਤਰਾ, ਸ਼ਿਕਾਰ ਆਦਿ ਦੇ ਮਾਨਸਿਕ ਸ਼ਾਂਤੀ ਪ੍ਰਾਪਤ ਕਰਨ ਲਈ ਜਾਂਦੇ ਹਨ। ਨੈਕਸਟ ਪ੍ਰਸ਼ਨ ਦੂਜਾ, ਚ ਉਦਯੋਗੀਕਰਨ ਵਿੱਚ ਸੂਰ ਊਰਜਾ ਦਾ ਕੀ ਮਹੱਤਵ ਹੈ? ਸੋ ਪ੍ਰਸ਼ਨ ਦੂਸਰੇ ਦਾ ਉੱਤਰ ਹੈ, ਕਿਸੇ ਵੀ ਦੇਸ਼ ਦੀ ਆਰਥਿਕ ਉੱਨਤੀ ਵਿੱਚ ਸ਼ਕਤੀ ਸਾਧਨਾਂ ਦੀ ਕਾਫੀ ਹੱਥ ਹੁੰਦਾ ਹੈ। ਉਦਾਹਰਣ ਵਜੋਂ ਇੰਗਲੈਂਡ ਵਿੱਚ ਅਤੇ ਯੂਰਪ ਦੇ ਦੇਸ਼ਾਂ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਜਿਹੜੀ ਉਦਯੋਗਿਕ ਕ੍ਰਾਂਤੀ ਆਈ ਸੀ, ਉਸ ਦਾ ਕਾਰਨ ਇਹ ਸੀ ਕਿ ਇਨ੍ਹਾਂ ਦੇਸ਼ਾਂ ਕੋਲ ਸ਼ਕਤੀ ਦੇ ਸਾਧਨ ਵਜੋਂ ਕੋਲਾ ਬਹੁਤ ਮਾਤਰਾ ਵਿੱਚ ਮੌਜੂਦ ਸੀ। ਆਰਥਿਕ ਉੱਨਤੀ ਦਾ ਆਧਾਰ ਉਦਯੋਗ ਹਨ ਅਤੇ ਉਦਯੋਗਾਂ ਦਾ ਆਧਾਰ ਸ਼ਕਤੀ ਦੇ ਸਾਧਨ ਹਨ। ਇਸ ਤੋਂ ਇਲਾਵਾ ਸ਼ਕਤੀ ਦੇ ਸਾਧਨਾਂ ਦਾ ਆਵਾਜਾਈ ਦੇ ਸਾਧਨਾਂ ਲਈ ਵੀ ਬਹੁਤ ਮਹੱਤਵ ਹੈ ਅਤੇ ਇਨ੍ਹਾਂ ਆਵਾਜਾਈ ਦੇ ਸਾਧਨਾਂ ਜਿਵੇਂ ਕਿ ਬੱਸਾਂ, ਟਰੱਕਾਂ, ਰੇਲ ਗੱਡੀਆਂ, ਹਵਾਈ ਜਹਾਜ਼ਾਂ, ਸਮੁੰਦਰੀ ਜਹਾਜ਼ ਅਤੇ ਆਦਿ ਦਾ ਨਿਰਮਾਣ ਉਦਯੋਗਾਂ ਵਿੱਚ ਹੁੰਦਾ ਹੈ। ਇਸ ਤੋਂ ਇਲਾਵਾ ਖੇਤੀਬਾੜੀ ਖੇਤਰ ਵਿੱਚ ਪ੍ਰਯੋਗ ਹੋਣ ਵਾਲੇ ਯੰਤਰਾਂ ਦਾ ਨਿਰਮਾਣ ਵੀ ਉਦਯੋਗਾਂ ਵਿੱਚ ਹੀ ਹੁੰਦਾ ਹੈ। ਅੱਜ ਦਾ ਯੁੱਗ ਮਸ਼ੀਨੀ ਯੁੱਗ ਹੈ, ਇਸ ਲਈ ਸ਼ਕਤੀ ਦੇ ਸਾਧਨਾਂ ਦਾ ਮਹੱਤਵ ਹੋਰ ਵੀ ਜ਼ਿਆਦਾ ਹੈ। ਅਸਲ ਗੱਲ ਤਾਂ ਇਹ ਹੈ ਕਿ ਸ਼ਕਤੀ ਦੇ ਸਾਧਨਾਂ ਨੂੰ ਕਿਸੇ ਵੀ ਦੇਸ਼ ਦੇ ਉਦਯੋਗਿਕ ਜਾਂ ਆਰਥਿਕ ਉੱਨਤੀ ਦੀ ਰੀੜ੍ਹ ਦੀ ਹੱਡੀ ਆਖਿਆ ਜਾਂਦਾ ਹੈ। ਨੈਕਸਟ ਪ੍ਰਸ਼ਨ ਤੀਸਰਾ, ਹਰੀ ਕ੍ਰਾਂਤੀ ਤੋਂ ਤੁਸੀਂ ਕੀ ਸਮਝਦੇ ਹੋ? ਹਰੀ ਕ੍ਰਾਂਤੀ ਦੇ ਮੁੱਖ ਪ੍ਰਭਾਵ ਕੀ ਹਨ? ਉੱਤਰ, ਹਰੀ ਕ੍ਰਾਂਤੀ ਦਾ ਅਰਥ, ਹਰੀ ਕ੍ਰਾਂਤੀ ਸ਼ਬਦ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ। ਹਰੀ ਪਲੱਸ ਕ੍ਰਾਂਤੀ। ਹਰੀ ਸ਼ਬਦ ਦਾ ਅਰਥ ਹੈ ਕਿ ਹਰਿਆਲੀ ਅਤੇ ਕ੍ਰਾਂਤੀ ਸ਼ਬਦ ਦਾ ਅਰਥ ਹੈ ਇੰਨੀ ਤੇਜ਼ੀ ਨਾਲ ਹੋਣ ਵਾਲਾ ਪਰਿਵਰਤਨ ਕਿ ਸਾਰੇ ਉਸ ਨੂੰ ਹੈਰਾਨੀ ਨਾਲ ਦੇਖਦੇ ਰਹਿ ਜਾਣ। ਇਸ ਸ਼ਬਦ ਦਾ ਪ੍ਰਯੋਗ ਖੇਤੀ ਦੇ ਉਤਪਾਦਨ ਵਿੱਚ ਹੋਣ ਵਾਲੀ ਉੱਨਤੀ ਲਈ ਕੀਤਾ ਜਾਂਦਾ ਹੈ। ਭਾਰਤ ਵਿੱਚ ਯੋਜਨਾਵਾਂ ਦੀ ਮਿਆਦ ਦੌਰਾਨ ਅਪਣਾਏ ਗਏ ਖੇਤੀ ਸੁਧਾਰਾਂ ਦੇ ਕਾਰਨ 1967 ਅਤੇ 1968 ਵਿੱਚ ਅਨਾਜ ਦੇ ਉਤਪਾਦਨ ਵਿੱਚ 1966 ਅਤੇ 67 ਦੀ ਤੁਲਨਾ ਵਿੱਚ ਲਗਭਗ 25% ਵਾਧਾ ਹੋਇਆ। ਕਿਸੇ ਇੱਕ ਸਾਲ ਵਿੱਚ ਅਨਾਜ ਉਤਪਾਦਨ ਵਿੱਚ ਇੰਨਾ ਵਧੇਰਾ ਵਾਧਾ ਹੋਣਾ ਇੱਕ ਕ੍ਰਾਂਤੀ ਦੇ ਸਮਾਨ ਸੀ। ਇਸ ਕਾਰਨ ਅਰਥਸ਼ਾਸਤਰੀਆਂ ਨੇ ਅਨਾਜ ਦੇ ਉਤਪਾਦਨ ਵਿੱਚ ਹੋਣ ਵਾਲੇ ਇਸ ਵਾਧੇ ਨੂੰ ਹਰੀ ਕ੍ਰਾਂਤੀ ਦਾ ਨਾਂ ਦਿੱਤਾ ਹੈ। ਹਰੀ ਕ੍ਰਾਂਤੀ ਦੇ ਪ੍ਰਭਾਵ, ਹਰੀ ਕ੍ਰਾਂਤੀ ਦੇ ਸਿੱਟੇ ਵਜੋਂ ਦੀ ਅੰਨ ਸਮੱਸਿਆ ਹੱਲ ਹੋ ਗਈ। ਹਰੀ ਕ੍ਰਾਂਤੀ ਦੇ ਕਾਰਨ ਖੇਤੀ ਖੇਤਰ ਵਿੱਚ ਮਸ਼ੀਨਾਂ ਦਾ ਪ੍ਰਯੋਗ ਵੱਧ ਗਿਆ। ਇਸ ਨਾਲ ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਦੇ ਮੌਕੇ ਵੀ ਵੱਧ ਗਏ। ਤੀਸਰਾ, ਹਰੀ ਕ੍ਰਾਂਤੀ ਨੇ ਖੇਤੀਬਾੜੀ ਉੱਤੇ ਆਧਾਰਿਤ ਉਦਯੋਗਾਂ ਨੂੰ ਵੀ ਕਾਫੀ ਉਤਸ਼ਾਹਿਤ ਕੀਤਾ ਹੈ। ਹਰੀ ਕ੍ਰਾਂਤੀ ਦੇ ਕਾਰਨ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਕਾਫੀ ਸੁਧਾਰ ਹੋਇਆ ਹੈ, ਜਿਸ ਨਾਲ ਉਹਨਾਂ ਦਾ ਜੀਵਨ ਪੱਧਰ ਕਾਫੀ ਉੱਚਾ ਹੋਇਆ ਹੈ। ਪੰਜਵਾਂ, ਹਰੀ ਕ੍ਰਾਂਤੀ ਦੇ ਸਿੱਟੇ ਵਜੋਂ ਖੇਤੀ ਖੇਤਰ ਵਿੱਚ ਸਰਵਜਨਕ ਨਿਵੇਸ਼ ਵਿੱਚ ਵਾਧਾ ਹੋਇਆ ਹੈ। ਪ੍ਰਸ਼ਨ ਚੌਥਾ, ਜਲਿਆਂਵਾਲਾ ਬਾਗ ਦੀ ਦੁਰਘਟਨਾ ਦਾ ਵਰਣਨ ਕਰੋ। ਉੱਤਰ, ਜਲਿਆਂਵਾਲਾ ਬਾਗ ਵਿੱਚ ਹੱਤਿਆਕਾਂਡ। ਅਸ਼ਾਂਤੀ ਦੇ ਇਸ ਵਾਤਾਵਰਣ ਵਿੱਚ ਅੰਮ੍ਰਿਤਸਰ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲਗਭਗ 25,000 ਲੋਕ 13 ਅਪ੍ਰੈਲ 1919 ਈਸਵੀ ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿੱਚ ਸਥਿਤ ਜਲਿਆਂਵਾਲਾ ਬਾਗ ਵਿੱਚ ਰੋਲਟ ਐਕਟ ਦੇ ਵਿਰੁੱਧ ਵਿੱਚ ਜਲੂਸ ਕੱਢਣ ਲਈ ਇਕੱਠੇ ਹੋਏ। ਜਨਰਲ ਡਾਇਰ ਨੂੰ ਅੰਗਰੇਜ਼ਾਂ ਦੀ ਮੌਤ ਦਾ ਬਦਲਾ ਲੈਣਾ ਦਾ ਮੌਕਾ ਮਿਲ ਗਿਆ। ਉਹ ਆਪਣੇ 150 ਸੈਨਿਕਾਂ ਸਮੇਤ ਜਲਿਆਂਵਾਲਾ ਬਾਗ ਦੇ ਗੇਟ ਕੋਲ ਪੁੱਜ ਗਿਆ। ਉਸ ਬਾਗ ਵਿੱਚ ਇੱਕ ਤੰਗ ਦਰਵਾਜ਼ਾ ਸੀ। ਉੱਥੇ ਖੜ੍ਹੇ ਹੋ ਕੇ ਜਨਰਲ ਡਾਇਰ ਨੇ ਲੋਕਾਂ ਨੂੰ 3 ਮਿੰਟਾਂ ਦੇ ਅੰਦਰ ਅੰਦਰ ਉੱਥੋਂ ਨੱਠ ਜਾਣ ਲਈ ਕਿਹਾ, ਜੋ ਕਿ ਅਸੰਭਵ ਸੀ। ਜਨਰਲ ਡਾਇਰ ਨੇ 3 ਮਿੰਟ ਮਗਰੋਂ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ। ਲਗਭਗ 1000 ਲੋਕ ਮਾਰੇ ਗਏ ਅਤੇ 3000 ਜ਼ਖਮੀ ਹੋ ਗਏ।
ਮਹੱਤਵ ਜਲਿਆਂਵਾਲਾ ਬਾਗ ਦੀ ਦੁਰਘਟਨਾ ਤੋਂ ਬਾਅਦ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਇੱਕ ਨਵਾਂ ਮੋੜ ਮਿਲਿਆ। ਇਸ ਘਟਨਾ ਦਾ ਬਦਲਾ ਊਧਮ ਸਿੰਘ ਨੇ 21 ਸਾਲਾਂ ਬਾਅਦ ਇੰਗਲੈਂਡ ਵਿੱਚ ਜਾ ਕੇ ਲਿਆ। ਉਸਨੇ ਸਰ ਮਾਈਕਲ ਉਡਵਾਇਰ ਨੂੰ ਗੋਲੀ ਨਾਲ ਮਾਰ ਦਿੱਤਾ। ਪ੍ਰਸ਼ਨ ਪੰਜਵਾਂ, ਆਜ਼ਾਦ ਹਿੰਦ ਫੌਜ ਉੱਤੇ ਵਿਸਥਾਰਪੂਰਵਕ ਨੋਟ ਲਿਖੋ। ਆਜ਼ਾਦ ਹਿੰਦ ਫੌਜ ਦੀ ਸਥਾਪਨਾ ਸੁਭਾਸ਼ ਚੰਦਰ ਬੋਸ ਨੇ 1943 ਈਸਵੀ ਵਿੱਚ ਟੋਕੀਓ ਵਿਖੇ ਕੀਤੀ ਸੀ। ਇਸ ਫੌਜ ਵਿੱਚ ਉਹ ਸੈਨਿਕ ਸ਼ਾਮਿਲ ਸਨ ਜਿਹੜੇ ਪਹਿਲਾਂ ਅੰਗਰੇਜ਼ੀ ਫੌਜ ਵਿੱਚ ਸਨ ਅਤੇ ਜਿਨ੍ਹਾਂ ਨੂੰ ਜਾਪਾਨ ਨੇ ਕੈਦੀ ਬਣਾ ਲਿਆ ਸੀ। ਸੁਭਾਸ਼ ਚੰਦਰ ਨੇ ਆਪਣੇ ਸੈਨਿਕਾਂ ਨੂੰ ਦਿੱਲੀ ਚਲੋ ਦਾ ਨਾਅਰਾ ਦਿੱਤਾ। ਉਸਨੇ ਸਿਪਾਹੀਆਂ ਨੂੰ ਕਿਹਾ ਕਿ ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ। ਪਰੰਤੂ 1943 ਈਸਵੀ ਵਿੱਚ ਜਾਪਾਨ ਹਾਰਨ ਲੱਗ ਪਿਆ, ਜਿਸ ਕਾਰਨ ਆਜ਼ਾਦ ਹਿੰਦ ਫੌਜ ਆਪਣੇ ਮਿਸ਼ਨ ਵਿੱਚ ਸਫਲ ਨਾ ਹੋ ਸਕੀ। 1945 ਈਸਵੀ ਵਿੱਚ ਸੁਭਾਸ਼ ਚੰਦਰ ਨੇ ਇੱਕ ਹਵਾਈ ਦੁਰਘਟਨਾ ਵਿੱਚ ਮੌਤ ਹੋ ਗਈ। ਇਸ ਦੇ ਨਾਲ ਹੀ ਆਜ਼ਾਦ ਹਿੰਦ ਫੌਜ ਦੀ ਤਾਕਤ ਵੀ ਘਟਣ ਲੱਗ ਪਈ। ਭਾਰਤੀ ਲੋਕਤੰਤਰ ਦੇ ਸਰੂਪ ਉੱਤੇ ਨੋਟ ਲਿਖੋ। ਭਾਰਤ ਵਿੱਚ ਸੰਘਾਤਮਕ ਗਣਰਾਜੀ ਲੋਕਤੰਤਰਿਕ ਸ਼ਾਸਨ ਪ੍ਰਣਾਲੀ ਸਥਾਪਿਤ ਕੀਤੀ ਗਈ ਹੈ। ਸੁਤੰਤਰਤਾ, ਸਮਾਨਤਾ, ਭਾਈਚਾਰਾ, ਕਾਨੂੰਨ ਦਾ ਸ਼ਾਸਨ, ਉੱਤਰਦਾਈ ਸਰਕਾਰ, ਨਿਯਤਕਾਲੀ ਚੋਣਾਂ, ਬਹੁਮਤ ਦਾ ਸ਼ਾਸਨ, ਨਾਗਰਿਕਾਂ ਦੇ ਅਧਿਕਾਰ ਅਤੇ ਸੁਤੰਤਰ ਤੇ ਨਿਰਪੱਖ ਨਿਆਂਪਾਲਿਕਾ ਅਤੇ ਲੋਕਤੰਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ ਅਤੇ ਇਹ ਸਾਰੀਆਂ ਵਿਸ਼ੇਸ਼ਤਾਵਾਂ ਭਾਰਤੀ ਲੋਕਤੰਤਰ ਵਿੱਚ ਮੌਜੂਦ ਹਨ। ਜਿੱਥੋਂ ਤੱਕ ਭਾਰਤ ਦੇ ਲੋਕਤੰਤਰ ਦੇ ਸਰੂਪ ਦਾ ਪ੍ਰਸ਼ਨ ਹੈ ਤਾਂ ਭਾਰਤ ਵਿੱਚ ਅਪ੍ਰਤੱਖ ਲੋਕਤੰਤਰ ਹੈ। ਅਪ੍ਰਤੱਖ ਲੋਕਤੰਤਰ ਉਹ ਹੁੰਦਾ ਹੈ ਜਿਸ ਵਿੱਚ ਲੋਕ ਪ੍ਰਤੱਖ ਰੂਪ ਵਿੱਚ ਪ੍ਰਸ਼ਾਸਨ ਵਿੱਚ ਹਿੱਸਾ ਨਹੀਂ ਲੈਂਦੇ, ਸਗੋਂ ਆਪਣੇ ਪ੍ਰਤੀਨਿਧੀ ਚੁਣ ਕੇ ਸਰਕਾਰ ਵਿੱਚ ਭੇਜਦੇ ਹਨ ਜੋ ਉਹਨਾਂ ਦੀ ਤਰਫੋਂ ਸ਼ਾਸਨ ਚਲਾਉਂਦੇ ਹਨ ਅਤੇ ਇਹ ਪ੍ਰਤੀਨਿਧੀ ਉਹਨਾਂ ਪ੍ਰਤੀ ਹੀ ਜਵਾਬਦੇਹ ਹੁੰਦੇ ਹਨ। ਸੋ ਨੈਕਸਟ ਭਾਗ ਸੱਸਾ ਤੁਹਾਡਾ ਇੱਥੋਂ ਸਟਾਰਟ ਹੋ ਜਾਂਦਾ ਹੈ। ਸਰੋਤ ਆਧਾਰਿਤ ਪ੍ਰਸ਼ਨ। ਸੋ ਇਹ ਤੁਹਾਨੂੰ ਪੈਰਾ ਦਿੱਤਾ ਗਿਆ ਹੈ, ਇਸ ਨੂੰ ਤੁਸੀਂ ਪੜ੍ਹ ਕੇ ਨੀਚੇ ਜੋ ਕੁਐਸਚਨ ਦਿੱਤੇ ਗਏ ਹਨ ਉਹਨਾਂ ਦੇ ਉੱਤਰ ਲਿਖਣੇ ਹਨ। ਪ੍ਰਸ਼ਨ ਪਹਿਲਾ, ਮਹਾਰਾਜਾ ਰਣਜੀਤ ਸਿੰਘ ਕਿਸ ਮਿਸ਼ਨ ਨਾਲ ਸੰਬੰਧ ਰੱਖਦਾ ਸੀ? ਸੋ ਸ਼ੁਕਰਾਚਾਰੀਆ ਮਿਸ਼ਨ ਇਸ ਦਾ ਉੱਤਰ ਹੈ। ਪ੍ਰਸ਼ਨ ਦੂਜਾ, ਤਿਕੜੀ ਦੀ ਸਰਪ੍ਰਸਤੀ ਦਾ ਕਾਲ ਕਿਸ ਨੂੰ ਕਿਹਾ ਜਾਂਦਾ ਹੈ? 1972 ਤੋਂ 1997 ਈਸਵੀ ਤੱਕ, ਜਦ ਤੱਕ ਰਣਜੀਤ ਸਿੰਘ ਨਾਬਾਲਗ ਰਿਹਾ। ਸ਼ੁਕਰਚੱਕੀਆ ਮਿਸਲ ਦਾ ਰਾਜ ਪ੍ਰਬੰਧ ਰਾਜ ਕੌਰ, ਦੀਵਾਨ ਲਖਪਤ ਰਾਏ ਅਤੇ ਸਦਾ ਕੌਰ ਦੇ ਹੱਥ ਵਿੱਚ ਰਿਹਾ। ਇਸ ਲਈ ਇਸ ਕਾਲ ਨੂੰ ਤਿਕੜੀ ਦੀ ਸਰਪ੍ਰਸਤੀ ਦਾ ਕਾਲ ਵੀ ਕਿਹਾ ਜਾਂਦਾ ਹੈ। ਰਾਜ ਕੌਰ ਕੌਣ ਸੀ? ਰਾਜ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਸੀ। ਨੈਕਸਟ ਤੁਹਾਡਾ ਭਾਗ ਹਾਹਾ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਦੇ ਵਿੱਚ ਤੁਹਾਨੂੰ ਭਾਰਤ ਦੇ ਨਕਸ਼ੇ ਵਿੱਚੋਂ ਕੋਈ 3 ਸਥਾਨ ਦਿਖਾਓ। ਸੋ ਇਹ ਪ੍ਰਸ਼ਨ ਹੈ ਅਤੇ ਤੁਸੀਂ ਇਸ ਤਰ੍ਹਾਂ ਇਸ ਦਾ ਉੱਤਰ ਕੱਢ ਸਕਦੇ ਹੋ। ਸੋ ਮੈਂ ਪੂਰਾ ਸਕਰੋਲ ਕਰਕੇ ਤੁਹਾਨੂੰ ਦਿਖਾ ਦਿੰਦਾ ਹਾਂ। ਨੈਕਸਟ ਆੜਾ, ਪੁਰਾਣੇ ਪੰਜਾਬ ਦੇ ਨਕਸ਼ੇ ਵਿੱਚ ਕੋਈ 3 ਸਥਾਨ ਦਿਖਾਓ। ਚੋਇਸ ਦਿੱਤੀ ਗਈ ਹੈ, ਤੁਸੀਂ ਕੋਈ ਵੀ 3 ਸਥਾਨ ਪੁਰਾਣੇ ਪੰਜਾਬ ਦੇ ਨਕਸ਼ੇ ਦੇ ਵਿੱਚ ਦਿਖਾਉਣੇ ਹਨ। ਸੋ ਇਹ ਸੀ ਪੂਰਾ ਸੈਂਪਲ ਪੇਪਰ ਤੁਹਾਡੇ ਸਭ ਦੇ ਲਈ, ਜਮਾਤ 10ਵੀਂ ਦਾ ਸਮਾਜਿਕ ਸਿੱਖਿਆ ਦਾ। ਜੇਕਰ ਤੁਸੀਂ ਇਸੇ ਤਰ੍ਹਾਂ ਹੋਰ ਵੀਡੀਓਜ਼ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ। ਸੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਹੋਰ ਵਿਦਿਆਰਥੀਆਂ ਨੂੰ ਵੀ ਜਾਣਕਾਰੀ ਮਿਲ ਸਕੇ। ਮਿਲਦੇ ਹਨ ਨੈਕਸਟ ਵੀਡੀਓ ਤੱਕ ਲਈ। ਬਾਏ ਬਾਏ, ਟਾਟਾ, ਧੰਨਵਾਦ।